ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇਕ ਓੰਕਾਰ ਸਤਿਗੁਰ ਪ੍ਰਸਾਦ। ਕਾਇਆ ਕੂੜ ਵਿਗਾੜ ਕਾਹੇ ਨਾਈਐ। ਨਾਤਾ ਸੋ ਪ੍ਰਵਾਣ ਸੱਚ ਕਮਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ। ਨਾਤਾ ਸੋ ਪ੍ਰਵਾਣ ਸੱਚ ਕਮਾਈਐ। ਜਬ ਸਾਚ ਅੰਦਰ ਹੋਏ ਸਾਚਾ ਤਾਮ ਸਾਚਾ ਪਾਈਐ। ਲਿਖੇ ਬਾਝ ਹੋ ਸੁਰਤ ਨਾਹੇ ਬੋਲ ਬੋਲ ਗਵਾਈਐ। ਜਿੱਥੈ ਜਾਏ ਬਹੀਐ ਭਲਾ ਕਹੀਐ। ਸੁਰਤ ਸ਼ਬਦ ਲਿਖਾਈਐ। ਕਾਇਆ ਕੂੜ ਵਿਗਾੜ ਕਾਹੇ ਨਾਈਐ। ਤਾ ਮੈਂ ਕਹਿਆ ਕਹਣ ਜਾ ਤੁਝੈ ਕਹਾਇਆ। ਅੰਮ੍ਰਿਤ ਹਰਿ ਕਾ ਨਾਮ ਮੇਰਾ ਮਨ ਭਾਇਆ। ਨਾਮ ਮੀਠਾ ਮਨ ਹੈ ਲਾਗਾ ਦੁਖ ਡੇਰਾ ਢਾਹਿਆ। ਸੁਖ ਮਨ ਮਹਿ ਆਏ ਵਸਿਆ ਜਾਮ ਤੈ ਫਰਮਾਇਆ। ਨਦਰ ਤੁਧ ਅਰਦਾਸ ਮੇਰੇ ਜਿਨ ਆਪ ਉਪਾਇਆ। ਤਾਂ ਮੈਂ ਕਹਿਆ ਕਹਣ ਜਾ ਤੁਝੈ ਕਹਾਇਆ। ਵਾਰੇ ਖਸਮ ਕਢਾਏ ਕਿਰਤ ਕਮਾਵਣਾ। ਮੰਦਾ ਕਿਸੈ ਨ ਆਖ ਝਗੜਾ ਪਾਵਣਾ। ਨਹਿ ਪਾਏ ਝਗੜਾ ਸੁਆਮ ਸੇਤੇ ਆਪ ਆਪ ਵੰਜਾਵਣਾ। ਜਿਸ ਨਾਲ ਸੰਗਤ ਕਰ ਸਰੀਕੇ ਜਾਏ ਕਿਆ ਰੂਆਵਣਾ। ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਾਹੀ ਵਾਵਣਾ। ਵਾਰੇ ਖਸਮ ਕਢਾਏ ਕਿਰਤ ਕਮਾਵਣਾ। ਸਭ ਉਪਾਇਨ ਆਪ ਆਪੇ ਨਦਰ ਕਰੇ। ਕੌੜਾ ਕੋਇ ਨ ਮੰਗੈ ਮੀਠਾ ਸਭ ਮੰਗੈ। ਸਭ ਕੋਇ ਮੀਠਾ ਮੰਗ ਦੇਖੈ ਖਸਮ ਭਾਵੈ ਸੋ ਕਰੇ। ਕਿਛ ਪੁੰਨ ਦਾਨ ਅਨੇਕ ਕਰਨੇ ਨਾਮ ਤੁਲਨਾ ਸਮਸਰੇ। ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ। ਸਭ ਉਪਾਇਨ ਆਪ ਆਪੇ ਨਦਰ ਕਰੇ। ਨਾਨਕਾ ਜਿਨ ਨਾਮ ਮਿਲਿਆ ਕਰਮ ਹੋਆ ਧੁਰ ਕਦੇ। ਸਭ ਉਪਾਇਨ ਆਪ ਆਪੇ ਨਦਰ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਧੰਨਤਾ ਦੇ ਪਾਤਰ ਹੋ, ਗੁਰੂ ਚਰਨਾਂ 'ਚ ਆਪਣਾ ਸਮਾਂ ਬਤੀਤ ਕਰਕੇ ਸਮਾਂ ਸਫਲ ਬਣਾ ਰਹੇ। ਉਹ ਸੰਭਲ ਸੰਭਾਲ ਸਾਜਨ ਨੂੰ ਇਹ ਬੀਤੇ ਹਰ ਰਸ ਪੀਂਦਿਆਂ ਹਰ ਰਸ ਵਿੱਚ ਮੱਤੇ ਖੀਵਿਆਂ। ਕਰ ਸਫਲ ਉਡਨ ਦਾ ਜਾਮਦਾ ਇਹ ਠਹਿਰਨ ਜਾਚ ਨਾ ਜਾਣਦਾ। ਕਰ ਸਫਲ ਉਡਨ ਦਾ ਜਾਮਦਾ। ਆਪਣੇ ਸਮੇਂ ਨੂੰ ਸਫਲਿਆਂ ਕਰ ਰਹੇ ਹੋ। ਗੁਰਬਾਣੀ ਦਾ ਰਸ ਪਿੰਨੜਾ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤਾ ਹੈ। ਪਾਵਨ ਸ੍ਰੀ ਮੁਖ ਵਾਕ ਹੁਕਮਨਾਮਾ ਅੰਮ੍ਰਿਤ ਵੇਲੇ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ। ਜਗਤ ਗੁਰੂ ਬਾਬਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਦੇ ਰਹੇ ਨੇ। ਸਾਹਿਬ ਜੀ ਦਾ ਉਪਦੇਸ਼ 4 ਵਰਣਾਂ ਲਈ ਸਾਂਝਾ ਹੈ। ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ 4 ਵਰਣਾਂ ਕੋ ਸਾਂਝਾ ਹੈ। ਨਾਲੇ ਵੀ ਬਚਨ ਹੈ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਸਾਡੇ ਸਾਰਿਆਂ ਵਾਸਤੇ ਮਹਾਰਾਜ ਜੀ ਦਾ ਇਹ ਪਾਵਨ ਪਵਿੱਤਰ ਉਪਦੇਸ਼ ਹੈ। ਸਰਵਣ ਕਰੀਏ। ਸਾਹਿਬ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਏ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਹੈ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਨ ਕਰ ਰਹੇ ਨੇ। ਵਡਹੰਸ ਰਾਗ ਦੇ ਪਵਿੱਤਰ ਛੰਤ ਹਨ। ਮੰਗਲਾਚਰਨ ਕਰਦੇ ਨੇ। ਏਕ ਅਦੁੱਤੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਪੈਦਾ ਕਰਨ ਵਾਲਾ ਹੈ, ਪਾਲਣ ਵਾਲਾ ਹੈ, ਸੰਘਾਰਨ ਵਾਲਾ ਹੈ। ਤਿੰਨਾਂ ਕਾਲਾਂ ਵਿੱਚ ਸਤ ਹੈ। ਗੁਰ ਚੇਤਨ ਸਵਰੂਪ ਹੈ। ਸੁਣਦਾ ਬੋਲਦਾ ਵੇਖਦਾ ਹੈ ਔਰ ਪ੍ਰਸਾਦ ਆਨੰਦ ਸਵਰੂਪ ਹੈ। ਮੰਗਲਾਚਰਨ ਕਰਕੇ ਮਹਾਰਾਜ ਜੀ ਸ਼ਬਦ ਦੀ ਪ੍ਰਾਰੰਭਤਾ ਕਰਦੇ ਹਨ। ਕਾਇਆ ਕੂੜ ਵਿਗਾੜ ਕਾਹੇ ਨਾਈਐ। ਇਹ ਭਾਈ ਆਪਣੀ ਇਸ ਕਾਇਆ ਨੂੰ ਯਾਨੀ ਕਿ ਅੰਤःਕਰਣ ਨੂੰ ਮਨ ਨੂੰ ਝੂਠ ਦੇ ਵਿੱਚ ਵਿਗਾੜ ਕੇ, ਕੂੜ ਨਾਮ ਹੁੰਦਾ ਝੂਠ ਤੇ ਹਰੀ ਨਾਮ ਤੋਂ ਬਿਨਾਂ ਜੋ ਕੁਝ ਵੀ ਹੈ ਸਭ ਝੂਠ ਹੈ। ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ। ਨਾਮ ਬਿਨਾਂ ਸਭ ਕੂੜ ਹੈ। ਆਪਣੇ ਅੰਤःਕਰਣ ਨੂੰ ਆਪਣੇ ਮਨ ਨੂੰ ਝੂਠ ਨਾਲ ਚੰਗੀ ਤਰ੍ਹਾਂ ਵਿਗਾੜ ਕੇ ਤੀਰਥਾਂ ਤੇ ਕਾਹਨੂੰ ਨਹਾਉਂਦਾ ਫਿਰਦਾ। ਕਾਹੇ ਨਹਾਈਆ, ਉੱਥੇ ਨਹਾਉਣ ਦਾ ਕੀ ਲਾਭ ਹੈ ਤੈਨੂੰ? ਜੇ ਤੇਰਾ ਅੰਤःਕਰਣ ਮਲਨ ਹੈ, ਤੇਰੇ ਅੰਤਸ਼ਕਰਣ ਦੇ ਵਿੱਚ ਝੂਠ ਤੇ ਝੂਠ ਭਰੀ ਹੋਈ ਹੈ,
ਫਿਰ ਤੇਰੇ ਇਸ਼ਨਾਨ ਦਾ ਕੀ ਫਲ ਤੈਨੂੰ ਪ੍ਰਾਪਤ ਹੋਣਾ। ਬਾਹਰੋਂ ਕਾਇਆ ਮਲ ਮਲ ਧੋ ਰਿਹਾ, ਹਿਰਦਾ ਤਾਂ ਫਿਰ ਪਵਿੱਤਰ ਹੈ। ਤੀਰਥਾਂ ਦਾ ਭਰਮਣ ਕਰਕੇ, ਤੀਰਥਾਂ ਦਾ ਰਟਨ ਕਰਕੇ ਮਨੁੱਖ ਸੋਚਦਾ ਹੈ ਮੈਂ ਬਹੁਤ ਸਾਰੇ ਤੀਰਥਾਂ ਤੇ ਨਹਾ ਲਿਆ, ਹੁਣ ਮੈਂ ਪਵਿੱਤਰ ਹੋ ਗਿਆ। ਪਰ ਜੇ ਹੰਕਾਰ ਚੁੱਕੀ ਬੈਠਾ ਆਪਣੇ ਮਨ ਵਿੱਚ ਉਹਨਾਂ ਤੀਰਥਾਂ ਦੀ ਯਾਤਰਾ ਦਾ, ਤੀਰਥਾਂ ਤੇ ਇਸ਼ਨਾਨ ਕਰਨ ਦਾ, ਤਾਂ ਉਸ ਹੰਕਾਰ ਕਰਕੇ ਦਾ ਅੰਤਸ਼ਕਰਣ ਇਤਨਾ ਮਲੀਨ ਤੇ ਮੈਲਾ ਹੋ ਚੁੱਕਾ ਹੈ। ਪਾਤਸ਼ਾਹ ਕਹਿੰਦੇ ਫਿਰ ਉਹਨਾਂ ਤੀਰਥਾਂ ਤੇ ਨਹਾਉਣ ਦਾ ਕੀ ਲਾਭ ਹੋਇਆ, ਕੀ ਫਲ ਪ੍ਰਾਪਤ ਹੋਇਆ। ਇਹ ਤਾਂ ਉਹ ਗੱਲ ਹੋਈ ਵੀ ਬਗਲਾ ਉੱਡ ਕੇ ਮਾਨ ਸਰੋਵਰ ਦੇ ਕਿਨਾਰੇ ਚਲਾ ਗਿਆ, ਪਰ ਉੱਥੇ ਜਾ ਕੇ ਉਹ ਹੰਸ ਤਾਂ ਨਹੀਂ ਬਣਿਆ, ਮੋਤੀ ਤਾਂ ਨਹੀਂ ਖਾਣ ਲੱਗ ਪਿਆ, ਰਿਹਾ ਤਾਂ ਫਿਰ ਵੀ ਬਗਲਾ। ਕਾਂ ਉੱਚੀ ਅਟਾਰੀ ਤੇ ਬਹਿ ਗਿਆ ਤੇ ਕੀ ਉਹ ਗਰੜ ਤਾਂ ਨਹੀਂ ਬਣ ਗਿਆ, ਰਿਹਾ ਤਾਂ ਫਿਰ ਵੀ ਕਾਂ। ਤੋ ਮਲਨ ਅੰਤਸ਼ ਕਰਨ ਵਾਲਾ ਮਨੁੱਖ ਜਿਸ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਰਤੀ ਹੈ, ਉਹ ਅਗਰ ਤੀਰਥਾਂ ਦਾ ਭਰਮਣ ਕਰੇ, ਤੀਰਥਾਂ ਤੇ ਇਸ਼ਨਾਨ ਕਰੇ ਵੀ ਤੇ ਉੱਥੇ ਜਾ ਕੇ ਵੀ ਤਿਸ ਦਾ ਅੰਤःਕਰਣ ਮਲ ਨਹੀਂ ਰਹਿੰਦਾ ਹੈ, ਇਸ ਦੇ ਅੰਤਸ਼ਕਰਣ ਦੇ ਵਿੱਚ ਪਵਿੱਤਰਤਾ ਨਹੀਂ ਆਉਂਦੀ। ਇਸ ਕਰਕੇ ਗੁਰਦੇਵ ਕਹਿੰਦੇ ਭਾਈ ਝੂਠ ਨਾਲ ਆਪਣੀ ਕਾਇਆ ਨੂੰ ਵਿਗਾੜ ਕੇ, ਅੰਤਸ਼ਕਰਣ ਨੂੰ ਕੂੜ ਨਾਲ ਵਿਗਾੜ ਕੇ ਤੂੰ ਕਾਹਨੂੰ ਨਹਾਉਂਦਾ ਫਿਰਦਾ ਹੈ। ਨਾਤਾ ਸੋ ਪਰਵਾਣ ਸੱਚ ਕਮਾਈਐ। ਨਾਤਾ ਤਾਂ ਉਸੇ ਦਾ ਪ੍ਰਵਾਨ ਹੈ ਜਿਹੜਾ ਇਸ਼ਨਾਨ ਕਰਕੇ ਨਾਲ ਸੱਚ ਦੀ ਕਮਾਈ ਕਰੇ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ। ਇਸ਼ਨਾਨ ਕੀਤਾ ਤਾਂ ਉਸੇ ਦਾ ਪ੍ਰਵਾਨ ਹੈ ਜਿਹੜਾ ਇਸ਼ਨਾਨ ਕਰਕੇ ਮੁੜ ਕੇ ਸੱਚ ਦੀ ਕਮਾਈ ਕਰੇ, ਸਾਧਨਾ 'ਚ ਬੈਠੇ ਗੁਰਬਾਣੀ ਪੜ੍ਹੇ, ਪਰਮੇਸ਼ਰ ਦਾ ਭਜਨ ਕਰੇ, ਨਿਰੰਕਾਰ ਦਾ ਨਾਮ ਅਰਾਧੇ, ਫਿਰ ਨਾਤਾ ਪ੍ਰਵਾਨ ਹੈ, ਫਿਰ ਇਸ਼ਨਾਨ ਕੀਤਾ ਪ੍ਰਵਾਨ। ਤੇ ਜੇ ਪਰਮੇਸ਼ਰ ਦੇ ਸਿਮਰਨ ਤੋਂ, ਅਕਾਲ ਪੁਰਖ ਦੇ ਭਜਨ ਤੋਂ ਸਖਣਾ ਤੇ ਇਸ਼ਨਾਨ ਕਰਦਾ। ਹੁਣ ਅਸੀਂ ਵੀ ਰੋਜ਼ ਇਸ਼ਨਾਨ ਕਰ ਲਈਏ, ਜੇ ਬਾਣੀ ਨਾ ਪੜ੍ਹੀਏ, ਭਜਨ ਨਾ ਕਰੀਏ, ਫਿਰ ਸਾਡਾ ਨਾਤਾ ਕੀ ਕਰਦਾ। ਸਾਡਾ ਨਾਤਾ, ਸਾਡਾ ਇਸ਼ਨਾਨ ਕੀਤਾ ਉਦੋਂ ਸਫਲ ਹੁੰਦਾ ਹੈ ਜਦੋਂ ਇਸ਼ਨਾਨ ਕਰਕੇ ਅਸੀਂ ਗੁਰਬਾਣੀ ਪੜ੍ਹਦੇ ਹਾਂ, ਭਜਨ ਕਰਦੇ ਹਾਂ, ਸਿਮਰਨ ਕਰਦੇ ਹਾਂ। ਇਸ ਕਰਕੇ ਸਾਹਿਬ ਜੀ ਸਪਸ਼ਟ ਕਰਦੇ ਨੇ ਕਿ ਨਾਤਾ ਉਸੇ ਦਾ ਪ੍ਰਵਾਨ ਹੈ ਜਿਹੜਾ ਇਸ਼ਨਾਨ ਦੇ ਨਾਲ ਨਾਲ ਸੱਚ ਦੀ ਕਮਾਈ ਕਰਦਾ ਹੈ, ਸੱਚ ਨੂੰ ਅਰਾਧਦਾ। ਹੁਣ ਸੱਚ ਕੀ ਹੈ? ਸੱਚ ਪਰਮੇਸ਼ਰ ਦਾ ਨਾਮ ਹੈ। ਜਿਹੜਾ ਵੀ ਕੋਈ ਮਾਈ ਭਾਈ ਸੱਚ ਦੀ ਕਮਾਈ ਕਰਦਾ, ਉਸੇ ਦਾ ਨਾਤਾ, ਉਸੇ ਦਾ ਇਸ਼ਨਾਨ ਕੀਤਾ ਪ੍ਰਵਾਨ ਹੈ। ਜਬ ਸਾਚ ਅੰਦਰ ਹੋਏ ਸਾਚਾ, ਤਾਮ ਸਾਚਾ ਪਾਈਐ। ਜਦੋਂ ਅੰਦਰ ਸੱਚ ਹੋਵੇਗਾ ਤਾਂ ਇਹ ਸੱਚਾ ਹੋਵੇਗਾ। ਜੇ ਅੰਦਰ ਸੱਚ ਨਹੀਂ ਤੇ ਜ਼ੁਬਾਨ ਤੋਂ ਕਹੇ ਮੈਂ ਸੱਚਾ, ਏਦਾਂ ਥੋੜੀ ਸੱਚਾ ਹੋ ਸਕਦਾ। ਪਾਤਸ਼ਾਹ ਕਹਿੰਦੇ ਜੇ ਹਿਰਦੇ ਵਿੱਚ, ਅੰਤःਕਰਣ ਵਿੱਚ ਸੱਚ ਹੋਵੇਗਾ ਤਾਂ ਫਿਰ ਇਹ ਸੱਚਾ ਸਦਾਏਗਾ। ਜਿਸ ਦੇ ਹਿਰਦੇ ਵਿੱਚ ਸੱਚ ਹੈ ਉਹ ਮੁਖ ਵਿੱਚ ਵੀ ਸੱਚ ਹੀ ਰੱਖਦਾ ਹੈ, ਉਹ ਮੁਖੋਂ ਵੀ ਸੱਚ ਹੈ। ਔਰ ਇਹੋ ਜਿਹੇ ਸੱਚ ਨਾਲ ਜੁੜੇ ਹੋਏ ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤਾਮ ਸਾਚਾ ਪਾਈਐ, ਤਾਂ ਉਹਨਾਂ ਨੂੰ ਸੱਚ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ। ਮਹਾਂਪੁਰਸ਼ ਗੁਰਸਿੱਖ ਸਾਧਕ ਇਸ ਤਰ੍ਹਾਂ ਦੱਸਦੇ ਨੇ ਕਿ ਸੱਚ ਹਿਰਦੇ ਵਿੱਚ ਰਸਨਾ ਦੁਆਰਾ ਹੀ ਉਤਰਦਾ ਹੈ। ਅਸੀਂ ਆਪਣੀ ਜ਼ੁਬਾਨ ਤੋਂ ਜਿਸ ਤਰ੍ਹਾਂ ਦੇ ਬੋਲ ਬੋਲਦੇ ਹਾਂ, ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਉਹਨਾਂ ਬੋਲੇ ਹੋਏ ਬੋਲਾਂ ਦੇ ਮੁਤਾਬਕ ਸਾਡੇ ਅੰਤःਕਰਣ ਦੇ ਵਿੱਚ ਉਦਾਂ ਦੇ ਸੰਸਕਾਰ ਛਪਦੇ ਚਲੇ ਜਾਂਦੇ ਹਨ। ਕਿਉਂਕਿ ਅਸੀਂ ਜੋ ਬੋਲਦੇ ਹਾਂ ਉਹਦੇ 'ਚ ਸਾਡਾ ਧਿਆਨ ਕੇਂਦਰਿਤ ਹੁੰਦਾ ਹੈ। ਜਦੋਂ ਧਿਆਨ ਬੋਲਣ ਵਿੱਚ ਕੇਂਦਰਿਤ ਹੁੰਦਾ ਹੈ ਤਾਂ ਜੋ ਬੋਲਿਆ ਜਾ ਰਿਹਾ ਹੈ ਉਹ ਸਾਡੇ ਧਿਆਨ ਵਿੱਚ ਛਪ ਜਾਂਦਾ, ਸਾਡੀ ਸੁਰਤੀ ਵਿੱਚ ਛਪ ਜਾਂਦਾ।
ਜਦੋਂ ਜ਼ੁਬਾਨ ਤੋਂ ਕੂੜ ਵਿਗਾੜ ਹੀ ਨਾ ਬੋਲਣਾ ਹੈ, ਜ਼ੁਬਾਨ ਤੋਂ ਨਿੰਦਾ ਚੁਗਲੀ ਦੇ ਬੋਲ ਬੋਲਣੇ ਨੇ, ਜ਼ੁਬਾਨ ਤੋਂ ਭੈੜੇ ਵਿਸ਼ਈ ਵਿਕਾਰੀ ਬੋਲ ਬੋਲਣੇ ਨੇ, ਤੇ ਹਿਰਦਾ ਵੀ ਉਸੇ ਤਰ੍ਹਾਂ ਦਾ ਹੁੰਦਾ ਚਲਾ ਜਾਏਗਾ। ਇਸ ਕਰਕੇ ਦੁਆਰ ਹੈ, ਇੱਕ ਐਸਾ ਦਰਵਾਜ਼ਾ ਹੈ ਰਸਨਾ ਜ਼ੁਬਾਨ, ਜਿਹਦੇ ਦੁਆਰਾ ਸਾਡੇ ਅੰਦਰ ਅਸੀਂ ਉਤਰਦੇ ਹਾਂ। ਜਦੋਂ ਇਸ ਰਸਨਾ ਨਾਲ ਸੱਚ ਦੀ ਆਰਾਧਨਾ ਕਰੀਏ ਤੇ ਹਿਰਦੇ 'ਚ ਸੱਚ ਵਸਦਾ, ਸੱਚ ਹਿਰਦੇ ਨੂੰ ਧਾਰਨ ਕਰਦਾ। ਇਸ ਕਰਕੇ ਗੁਰਮੁਖੋ ਪਿਆਰਿਓ, ਰਸਨਾ ਤੋਂ ਸੱਚ ਬੋਲੋ, ਤੇ ਸੱਚ ਹਰੀ ਪਰਮੇਸ਼ਰ ਦਾ ਅੰਮ੍ਰਿਤ ਨਾਮ ਹੈ। ਜਿਹੜਾ ਰਸਨਾ ਨਾਲ ਸੱਚ ਨਾਮ ਬੋਲਣ ਲੱਗ ਪੈਂਦਾ ਉਹ ਫਿਰ ਆਪਣੀ ਰਸਨਾ ਨਾਲ ਨਿੰਦਾ ਨਹੀਂ ਕਰਦਾ, ਚੁਗਲੀ ਨਹੀਂ ਕਰਦਾ, ਉਹ ਆਪਣੀ ਰਸਨਾ ਨਾਲ ਝੂਠ ਨਹੀਂ ਬੋਲਦਾ। ਕਿ ਮੈਂ ਜਿਸ ਜ਼ੁਬਾਨ ਦੇ ਨਾਲ ਪਰਮੇਸ਼ਰ ਦਾ ਜਸ ਕਰਦਾ, ਮੈਂ ਆਪਣੀ ਉਸ ਜ਼ੁਬਾਨ ਦੇ ਨਾਲ ਝੂਠ ਨਹੀਂ ਬੋਲਣਾ। ਜਿਸ ਜ਼ੁਬਾਨ ਨਾਲ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ, ਆਪਣੀ ਉਸ ਜ਼ੁਬਾਨ ਨਾਲ ਕਿਸੇ ਦੀ ਚੁਗਲੀ ਨਹੀਂ ਕਰਨੀ। ਤੋ ਰਸਨਾ ਦੁਆਰਾ ਜਦੋਂ ਹਿਰਦੇ ਵਿੱਚ ਸੱਚ ਉਤਰਦਾ ਹੈ, ਤਾਂ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਹੈ, ਮੁਖ ਵਿੱਚ ਸੱਚ ਹੈ, ਉਹਨਾਂ ਨੂੰ ਫਿਰ ਸੱਚੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਲਿਖੇ ਬਾਝੋ ਸੁਰਤ ਨਾਹੀ, ਬੋਲ ਬੋਲ ਗਵਾਈਆ। ਜਦੋਂ ਤੱਕ ਸਟਾਮਨਾ ਨਾ ਲਿਖਿਆ ਜਾਏ, ਜਦੋਂ ਤੱਕ ਲਿਖ ਕੇ ਪੂਰਾ ਇਕਰਾਰਨਾਮਾ ਨਾ ਕੀਤਾ ਜਾਏ, ਉਦੋਂ ਤੱਕ ਗੱਲ ਨਹੀਂ ਬਣਦੀ। ਜੇ ਕੇਵਲ ਜ਼ੁਬਾਨੀ ਕਲਾਮੀ ਬੋਲ ਕੇ ਕੋਈ ਸੌਦਾ ਹੋਇਆ ਹੋਵੇ, ਉਹ ਖਤਮ ਹੋ ਜਾਂਦਾ। ਜਦੋਂ ਲਿਖ ਲਿਆ ਜਾਂਦਾ, ਸਾਰੀਆਂ ਸ਼ਰਤਾਂ ਲਿਖ ਲਈਆਂ ਜਾਂਦੀਆਂ ਨੇ, ਫਿਰ ਉਹ ਚੇਤੇ ਰਹਿੰਦੀਆਂ ਨੇ, ਯਾਦ ਰਹਿੰਦੀਆਂ ਨੇ। ਇਸੇ ਤਰ੍ਹਾਂ ਗੁਰਮੁਖੋ, ਜਦੋਂ ਤੱਕ ਤੁਸੀਂ ਆਪਣੇ ਹਿਰਦੇ 'ਚ ਸਾਹਿਬ ਦੇ ਗਿਆਨ ਨੂੰ ਲਿਖਦੇ ਨਹੀਂ, ਉਦੋਂ ਤੱਕ ਹਿਰਦੇ 'ਚ ਗਿਆਨ ਉਜਾਗਰ ਨਹੀਂ ਹੋਣਾ, ਜਦੋਂ ਤੱਕ ਤੁਸੀਂ ਹਿਰਦੇ 'ਚ ਧਾਰਨ ਨਹੀਂ ਕਰਦੇ। ਤੇ ਜੇ ਕੱਲਾ ਜ਼ੁਬਾਨ ਤੋਂ ਬੋਲਦੇ ਹੀ ਉਹ ਗਿਆਨ ਦੀਆਂ ਗੱਲਾਂ, ਗਿਆਨ ਦੀਆਂ ਬਾਤਾਂ ਕੇਵਲ ਰਸਨਾ ਤੋਂ ਕਰਦੇ ਹੀ ਹੋ ਕਿ ਗਿਆਨ ਹੀ ਸਭ ਕੁਝ ਹੈ, ਗਿਆਨ ਗਿਆਨ ਜ਼ੁਬਾਨ ਤੋਂ ਕਰੀ ਜਾਓ, ਲਿਖੋ ਹੈ ਨਾ, ਯਾਨੀ ਕਿ ਪ੍ਰੈਕਟੀਕਲ ਕਰੋ ਨਾ ਹਿਰਦੇ ਵਿੱਚ। ਕਹਿੰਦੇ ਫਿਰ ਉਹ ਗਿਆਨ ਦੀਆਂ ਗੱਲਾਂ ਬੋਲ ਬੋਲ ਕੇ ਤੁਸੀਂ ਆਪਣੀ ਜ਼ਿੰਦਗੀ ਦਾ ਸਮਾਂ ਜਾਈ ਗਵਾ ਰਹੇ ਹੋ, ਜੇ ਹਿਰਦੇ ਵਿੱਚ ਗਿਆਨ ਨੂੰ ਧਾਰਨ ਨਹੀਂ ਕਰਦੇ। ਕਿਉਂਕਿ ਗੁਰੂ ਘਰ ਵਿੱਚ ਕਥਨੀ ਨਹੀਂ, ਕਰਨੀ ਪ੍ਰਧਾਨ ਹੈ। ਇੱਥੇ ਜਿਨ੍ਹਾਂ ਦੀ ਕਰਨੀ ਹੈ ਉਹੀ ਦਰ ਪ੍ਰਵਾਨ ਹੁੰਦੇ ਨੇ। ਜੇ ਕੇਵਲ ਕਥਨੀ ਹੈ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੁਕਾਈ। ਕੇਵਲ ਜ਼ੁਬਾਨ ਤੋਂ ਗਿਆਨ ਦੀ ਕਥਾ ਕਥਨ ਕਰਨ ਦੇ ਨਾਲ ਭਰਮ ਨਹੀਂ ਜਾਂਦਾ। ਬੜੀ ਦੁਨੀਆ ਬੜੀ ਲੁਕਾਈ, ਕਥ ਕਥ ਕੇ ਰਹਿ ਗਈ ਹੈ, ਥੱਕ ਗਈ ਹੈ, ਹਾਰ ਗਈ ਹੈ। ਇਸ ਕਰਕੇ ਕੇਵਲ ਜ਼ੁਬਾਨ ਤੋਂ ਬੋਲ ਬੋਲ ਕੇ ਗਿਆਨ ਦੀਆਂ ਬਾਤਾਂ ਤੁਸੀਂ ਆਪਣਾ ਆਪ ਗਵਾ ਰਹੇ ਹੋ, ਆਪਣਾ ਜੀਵਨ ਗਵਾ ਰਹੇ ਹੋ, ਆਪਣੇ ਸਵਾਸ ਗਵਾ ਰਹੇ ਹੋ। ਲਾਭ ਕੋਈ ਵੀ ਨਹੀਂ ਜਦੋਂ ਤੱਕ ਤੁਸੀਂ ਆਪਣੀ ਸੁਰਤੀ ਵਿੱਚ ਲਿਖ ਨਹੀਂ ਲੈਂਦੇ। ਜਿੱਥੈ ਜਾਏ ਬਹੀਐ ਭਲਾ ਕਹੀਐ, ਸੁਰਤ ਸ਼ਬਦ ਲਿਖਾਈਐ। ਇਹ ਭਾਈ ਜਿੱਥੇ ਵੀ ਜਾ ਕੇ ਬਈਏ ਭਲਾ ਹੀ ਕਹੀਏ, ਭਲੇ ਬੋਲ ਹੀ ਬੋਲੀਏ, ਗੁਰਮਤ ਦੇ, ਗੁਰੂ ਘਰ ਦੀ ਸਿਫਤ ਦੇ, ਸਤਿਗੁਰਾਂ ਦੀ ਵਡਿਆਈ ਦੇ। ਜਿੱਥੇ ਵੀ ਜਾਈਏ, ਸੰਸਾਰ ਦੇ ਕਿਸੇ ਕੋਨੇ 'ਚ ਜਾਓ, ਕਿਸੇ ਥਾਂ ਵੀ ਜਾਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿਫਤ ਸੰਬੰਧੀ ਅੰਮ੍ਰਿਤ ਬੋਲ ਰਸਨਾ ਤੋਂ ਬੋਲਣੇ ਚਾਹੀਦੇ ਨੇ। ਕਿੱਥੇ ਵੀ ਜਾਓ, ਇੱਕ ਗੱਲ ਚੇਤੇ ਰੱਖਿਓ, ਜਿੰਨੇ ਵੀ ਤੁਸੀਂ ਗੁਰਸਿੱਖ ਹੋ, ਹਰ ਇੱਕ ਦੇ ਮੋਢੇ ਦੇ ਉੱਤੇ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਨੇ ਰੱਖੀ ਹੈ ਕਿ ਤੁਸੀਂ ਸਾਰੇ ਗੁਰੂ ਘਰ ਦੇ ਪ੍ਰਚਾਰਕ ਹੋ। ਐਸਾ ਨਹੀਂ ਕਿ ਜੇ ਮੈਂ ਕਥਾ ਕਰਦਾ ਜਾਂ ਮੇਰੇ ਵਰਗੇ ਹੋਰ ਵੀਰ ਪ੍ਰਚਾਰਕ ਨੇ, ਕੇਵਲ ਜੁਮਾ ਉਹਨਾਂ ਦਾ ਹੈ ਪ੍ਰਚਾਰ ਕਰਨਾ ਗੁਰਸਿੱਖੀ ਦਾ।
ਇਹ ਪ੍ਰਚਾਰ ਦਾ ਜਿੰਮਾ ਹਰ ਇੱਕ ਸਿੱਖ ਦੇ ਮੋਢੇ ਤੇ ਹੈ। ਜ਼ਰੂਰੀ ਨਹੀਂ ਕਿ ਪ੍ਰਚਾਰ ਕੇਵਲ ਵੱਡੀਆਂ ਸਟੇਜਾਂ ਲਾ ਕੇ ਬੋਲ ਕੇ ਹੀ ਹੁੰਦਾ ਹੈ। ਗੁਰਸਿੱਖ ਦਾ ਜੀਵਨ ਹੀ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਪ੍ਰਚਾਰ ਵਰੋਂ ਜਗਤ ਦੇ ਵਿੱਚ ਪ੍ਰਸਿੱਧ ਹੋਵੇ, ਵੇਖਣ ਵਾਲੇ ਆਖਣ ਕਿ ਹਾਂ ਆਹ ਗੁਰਸਿੱਖ ਹੁੰਦੇ ਨੇ, ਆਹ ਗੁਰਸਿੱਖਾਂ ਦਾ ਕਿਰਦਾਰ ਹੈ, ਆਹ ਗੁਰਸਿੱਖਾਂ ਦਾ ਜੀਵਨ ਹੈ। ਗੁਰਸਿੱਖ ਨੂੰ ਬੜਾ ਸੋਚ ਕੇ ਸਮਝ ਕੇ ਆਪਣਾ ਪੈਰ ਰੱਖਣਾ ਪੈਂਦਾ। ਸਿਰ ਤੇ ਬੱਧੀ ਦਸਤਾਰ ਸਾਡੇ ਤੇ ਬੜੀ ਵੱਡੀ ਜ਼ਿੰਮੇਵਾਰੀ ਹੈ। ਕਿਤੇ ਇਸ ਦਸਤਾਰ ਨੂੰ ਬੰਨ੍ਹ ਕੇ ਸੀਸ ਦੇ ਉੱਤੇ ਕਦੇ ਅਸੀਂ ਐਸਾ ਕੰਮ ਨਾ ਕਰੀਏ ਜਿਹੜਾ ਮੇਰੇ ਗੁਰੂ ਨੂੰ ਜਾਂ ਮੇਰੇ ਗੁਰੂ ਕੀ ਸਿੱਖੀ ਨੂੰ ਕਲੰਕਿਤ ਕਰੇ। ऐसा काम ना करिए, ऐसा काम मूले ना कीचा जित अंत पछोताईए। गुरसिख दे बच्चे नूं भुजंगी कहंदे ने। भुजंगी, भुजंग दा मतलब हुंदा सप। कलगीधर जी भला अपने सिंह दे बच्चे नूं जां सिंह नूं भुजंगी क्यों कहंदे ने, सप क्यों कहंदे ने? अपने खालसे नूं महाराज जी कहंदे ने कि मेरा खालसा कुंडलिया नाग है। 10वें पातशाह कहते जदों औरंगजेब नूं जफरनामा लिखते ने तां कहंदे ने कि बाकी बिमादस्त पेची दह मार, जिहड़ा ये बचिया होया बाकी मेरा खालसा पंथ है, ये कुंडलिया नाग है। कुंडलिया नाग। ਹੁਣ ਨਾਗ ਭੀੜ ਵਿੱਚ ਨਹੀਂ ਰਹਿੰਦਾ। ਸੱਪ ਜਿਹੜਾ ਹੁੰਦਾ ਉਹ ਭੀੜ ਵਿੱਚ ਨਹੀਂ ਰਹਿੰਦਾ। ਐਸੇ ਗੁਰੂ ਕਾ ਜਿਹੜਾ ਸਿੱਖ ਹੈ ਜਿਸ ਨੂੰ ਗੁਰਦੇਵ ਨੇ ਕੁੰਡਲੀਆ ਨਾਗ ਕਿਹਾ, ਉਹ ਵੀ ਦੁਨਿਆਵੀ ਭੀੜ ਦੇ ਵਿੱਚ ਨਹੀਂ ਗਵਾਚਦਾ, ਨਿਰਾਲਾ ਰਹਿੰਦਾ ਵੱਖਰਾ। ਉਹਦਾ ਸਰੂਪ, ਉਹਦਾ ਕਿਰਦਾਰ, ਉਹਦੀ ਬੋਲ ਬਾਣੀ, ਉਹਦੀ ਰਹਿਣੀ ਬਹਿਣੀ ਸੰਸਾਰ ਦੇ ਲੋਕਾਂ ਨਾਲ ਮੇਲ ਨਹੀਂ ਖਾਂਦੀ, ਨਿਰਾਲੀ ਹੁੰਦੀ। ਫਿਰ ਸੱਪ ਦੀ ਇੱਕ ਖਾਸੀਅਤ ਇਹ ਵੀ ਹੈ, ਇੱਕਦਮ ਜਦੋਂ ਕਿਸੇ ਨੂੰ ਦਰਸ਼ਨ ਦਿੰਦਾ ਤੇ ਵੇਖਣ ਵਾਲਾ ਡਰ ਜਾਂਦਾ, ਭੈ ਭੀਤ ਹੋ ਜਾਂਦਾ। ਜਿਹੜਾ ਵੀ ਵੇਖਦਾ ਇੱਕਦਮ ਇੱਕ ਵਾਰੀ ਛਹਿ ਜਾਂਦਾ। ਪਰ ਉਹ ਸੱਪ ਉਦੋਂ ਤੱਕ ਉਸ ਨੂੰ ਕੁਝ ਨਹੀਂ ਕਹਿੰਦਾ ਜਦੋਂ ਤੱਕ ਉਹਨੂੰ ਛੇੜੇ ਨਾ। ਖਾਲਸੇ ਦਾ ਦਰਸ਼ਨ ਪ੍ਰਤਾਪੀ ਹੈ। ਤਿਆਰ ਬਰ ਤਿਆਰ ਸ਼ਸਤਰ ਧਾਰੀ ਸਿੰਘ ਜਦੋਂ ਕਿਤੇ ਇੱਕਦਮ ਕਿਸੇ ਆਮ ਲੋਕਾਂ ਨੂੰ ਦਰਸ਼ਨ ਦਿੰਦਾ ਤੇ ਇੱਕ ਵਾਰੀ ਵੇਖ ਕੇ ਉਹ ਭੈ ਭੀਤ ਹੁੰਦੇ ਨੇ, ਪਰ ਉਹ ਕਹਿ ਦਿੰਦਾ ਭਾਈ ਉਦੋਂ ਤੱਕ ਮੈਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਨਾ ਜਦੋਂ ਤੱਕ ਤੁਸੀਂ ਪਹਿਲ ਨਹੀਂ ਕਰਦੇ। ਇਹ ਨਿਰਾਲਾਪਨ ਹੈ। ਇਸੇ ਕਰਕੇ ਗੁਰਦੇਵ ਨੇ ਆਪਣੇ ਖਾਲਸੇ ਨੂੰ ਕੁੰਡਲੀਆ ਨਾਗ ਕਿਹਾ। ਕੁੰਡਲੀਆ ਨਾਗ। ਇਹ ਜਿੱਥੇ ਜਾਂਦਾ ਉੱਥੇ ਹੀ ਭਲਾ ਕਹੇਗਾ, ਪਰ ਜੇ ਗੁਰਸਿੱਖੀ ਦੇ ਸਿਧਾਂਤ ਤੇ, ਗੁਰਮਤਿ ਦੇ ਸਿਧਾਂਤ ਤੇ, ਗੁਰੂ ਦੇ ਸੰਬੰਧ ਵਿੱਚ ਕੋਈ ਕਿਸੇ ਪ੍ਰਕਾਰ ਦੀ ਦਖਲਅੰਦਾਜ਼ੀ ਕਰਦਾ ਤਾਂ ਫਿਰ ਉਹਦੇ ਵਾਸਤੇ ਕਾਲ ਰੂਪ ਵੀ ਹੈ। ਇਹਦੇ ਕਾਲ ਰੂਪ ਵੀ ਹੈ। ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਿੱਖੋ ਤੁਹਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਤੁਹਾਡਾ ਜੀਵਨ ਹੀ ਇਹੋ ਜਿਹਾ ਪ੍ਰਚਾਰ ਬਣੇ ਜਿੱਥੇ ਜਾਓ ਭਲਾ ਕਹੋ। ਜਿੱਥੇ ਜਾਓ ਗੁਰੂ ਨਾਨਕ ਦੇ ਘਰ ਦੀ ਬਾਤ ਕਹੋ। ਹੋਰ ਧਰਮਾਂ ਦੇ ਮਤਾਂ ਦੇ ਲੋਕ ਐਸੇ ਨੂੰ ਜਿੱਥੇ ਵੀ ਰਿਸ਼ਤੇਦਾਰੀ 'ਚ ਜਾਂਦੇ ਨੇ, ਸੰਬੰਧੀਆਂ 'ਚ ਜਾਂਦੇ ਨੇ, ਕਿਸੇ ਮਜਲਿਸ 'ਚ ਜਾਂਦੇ ਨੇ, ਉਹਨਾਂ ਨੇ ਜਾ ਕੇ ਆਪਣੇ ਮਤ ਦੀ ਗੱਲ ਕਰਨੀ ਵੀ ਸਾਡੇ
ਭਗਵਾਨ ਜੀ ਏਦਾਂ ਆਖਦੇ ਨੇ, ਏਦਾਂ ਕਹਿੰਦੇ ਨੇ, ਏਦਾਂ ਦੁੱਖ ਦੂਰ ਕਰਦੇ ਨੇ, ਏਦਾਂ ਉੱਥੇ ਅਰਦਾਸ ਹੁੰਦੀ ਹੈ, ਉਹ ਪ੍ਰਚਾਰ ਕਰਦੇ ਨੇ ਆਪਣਾ। ਤੇ ਅਸੀਂ ਕੀ ਕਰਦੇ ਹਾਂ? ਇਹ ਹੁਣ ਅਸੀਂ ਵੇਖਣਾ ਵਿਸ਼ਲੇਸ਼ਣ ਕਰਕੇ। ਜਿੱਥੇ ਜਾਓ ਭਲਾ ਕਹੋ, ਜੋ ਸੰਬੰਧੀਆਂ ਚ ਗਏ ਹੋ, ਗੁਰੂ ਨਾਨਕ ਦੇ ਘਰ ਦੀ ਬਾਤ, ਗੁਰਸਿੱਖੀ ਦੀ ਬਾਤ। ਕਿਸੇ ਮਿੱਤਰਾਂ ਦੀ ਮਜਲਿਸ ਚ ਗਏ ਹੋ, ਉੱਥੇ ਗੁਰੂ ਘਰ ਦੀ ਬਾਤ। ਹੋ ਸਕਦਾ ਤੁਹਾਡੇ ਕੋਲੋਂ ਕੋਈ ਬਾਤ ਸੁਣ ਕੇ ਪ੍ਰਭਾਵਿਤ ਹੋ ਜਾਏ ਤੇ ਉਹ ਗੁਰੂ ਘਰ ਵਿੱਚ, ਗੁਰੂ ਸ਼ਰਨ ਵਿੱਚ ਆ ਜਾਏ। ਤੇ ਕਿਸੇ ਇੱਕ ਨੂੰ ਵੀ ਜੇ ਤੁਸੀਂ ਆਪਣੀ ਜ਼ਿੰਦਗੀ ਚ ਗੁਰੂ ਚਰਨਾਂ ਨਾਲ ਜੋੜ ਦਿੱਤਾ ਤਾਂ ਸਮਝ ਲਓ ਬੜਾ ਵੱਡਾ ਪੁੰਨ ਖੱਟ ਲਿਆ। ਇੱਕ ਸਿੱਖ ਨੂੰ ਵੀ ਕਿਤੇ ਗੁਰੂ ਚਰਨਾਂ ਚ ਜੋੜ ਦਿੱਤਾ, ਉਹਦਾ ਬੜਾ ਵੱਡਾ ਮਹਾਤਮ ਹੈ। ਤੋ ਦਇਆਨਿਧ ਸੁਆਮੀ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਜਿੱਥੇ ਜਾਓ ਭਲਾ ਕਹੋ। ਸਤਿਗੁਰਾਂ ਦਾ ਸ਼ਬਦ ਆਪਣੀ ਸੁਰਤੀ 'ਚ ਲਿਖ ਲਓ। ਸੁਰਤ ਸ਼ਬਦ ਲਿਖਾਈ ਹੈ। ਗੁਰੂ ਦਾ ਜਿਹੜਾ ਸ਼ਬਦ ਹੈ ਇਹ ਆਪਣੀ ਸੁਰਤੀ 'ਚ ਲਿਖ ਲਓ। ਲਿਖਣ ਦਾ ਮਤਲਬ ਹੁੰਦਾ ਵੀ ਭੁੱਲਣਾ ਨਹੀਂ। ਤੁਹਾਡੀ ਸੁਰਤ ਵਿੱਚ ਗੁਰੂ ਦਾ ਸ਼ਬਦ ਵਸਿਆ ਰਹੇ। ਜਿੱਥੇ ਮਰਜੀ ਸੰਸਾਰ ਦੇ ਜਿਸ ਕੋਨੇ 'ਚ ਵੀ ਰਹੋ, ਕੋਈ ਵੀ ਕੰਮ ਕਰਦੇ ਹੋਵੋ, ਪਰ ਤੁਹਾਡੀ ਸੁਰਤ ਵਿੱਚ ਗੁਰੂ ਦਾ ਸ਼ਬਦ ਹੋਵੇ। ਸੁਰਤ ਵਿੱਚ ਗੁਰੂ ਕੇ ਸ਼ਬਦ ਦੀ ਸਿਮਰਤੀ ਹੋਵੇ। ਲਿਖ ਲਓ ਤਾਂ ਜੋ ਭੁੱਲੇ ਨਾ। ਲਿਖਣ ਦਾ ਮਤਲਬ ਵਸਾ ਲਓ ਸਤਿਗੁਰਾਂ ਦਾ ਸ਼ਬਦ ਆਪਣੀ ਸੁਰਤ ਵਿੱਚ। ਆਇਆ ਕੂੜ ਵਿਗਾੜ ਕਾਹੇ ਨਾਈਐ। ਕਾਇਆ ਨੂੰ ਝੂਠ 'ਚ ਵਿਗਾੜ ਕੇ ਕਾਹਨੂੰ ਤੀਰਥਾਂ ਤੇ ਨਹਾਉਂਦਾ ਫਿਰਦਾ ਹੈ। ਜੇ ਹਿਰਦਾ ਮੈਲਾ ਅੰਤਸ਼ਕਰਨ ਮਲੀਨ ਹੈ, ਫਿਰ ਕਾਹਨੂੰ ਨਹਾਉਂਦਾ ਫਿਰਦਾ ਕਾਇਆ ਨੂੰ ਵਿਗਾੜ ਕੇ। ਮੈਂ ਕਹਿਆ ਕਹਣ ਜਬ ਤੁਝੈ ਕਹਾਇਆ। ਇਹ ਮੇਰੇ ਸਾਹਿਬ ਜੀ, ਮੈਂ ਇਹ ਤਾਂ ਕਹਿ ਰਿਹਾ ਜੇ ਤੁਸੀਂ ਕਹਾ ਰਹੇ ਹੋ। ਮੇਰੇ 'ਚ ਕੀ ਤਾਕਤ ਮੈਂ ਕੁਝ ਆਖ ਸਕਾਂ? ਮੇਰੇ 'ਚ ਤੁਸੀਂ ਪ੍ਰੇਰਨਾ ਕੀਤੀ ਕਹਿਣ ਦੀ ਤਾਂ ਮੈਂ ਕਹਿ ਰਿਹਾ। ਜਿਤਨੇ ਪ੍ਰਵਕਤਾ ਨੇ, ਜਿਤਨੇ ਗੁਰੂ ਕੀ ਗੱਲ ਕਰਨ ਵਾਲੇ ਨੇ, ਗੁਰੂ ਕੀ ਗੱਲ ਦਾ ਪ੍ਰਚਾਰ ਕਰਨ ਵਾਲੇ ਨੇ, ਉਹ ਇਹ ਸਮਝ ਲੈਣ ਜੋ ਮੇਰੇ ਸਾਹਿਬ ਮੇਰੇ ਤੋਂ ਕਹਾ ਰਹੇ ਨੇ ਮੈਂ ਕਹਿ ਰਿਹਾ। ਇਹ ਭਾਵਨਾ ਨਾਲ ਬੋਲੇ, ਕਿਉਂਕਿ ਜੋ ਮੈਂ ਆਪਣੀ ਸੁਰਤ ਦੇ ਵਿੱਚੋਂ ਬੋਲਣਾ, ਆਪਣੀ ਮੈਂ ਚੋਂ ਬੋਲਣਾ, ਤੇ ਮੇਰੀ ਮੈਂ ਚੋਂ ਨਿਕਲੇ ਹੋਏ ਬੋਲ ਉਹ ਕਿਸੇ ਦੇ ਹਿਰਦੇ ਨੂੰ ਆਹਤ ਕਰ ਸਕਦੇ ਨੇ, ਕਿਸੇ ਦੇ ਹਿਰਦੇ ਵਿੱਚ ਸ਼ੰਕਾ ਪਾ ਸਕਦੇ ਨੇ, ਕਿਸੇ ਦੇ ਹਿਰਦੇ 'ਚ ਭਰਮ ਪੈਦਾ ਕਰ ਸਕਦੇ ਨੇ। ਪਰ ਜਦੋਂ ਮੇਰਾ ਗੁਰੂ ਕਹਾ ਰਿਹਾ, ਮੈਂ ਗੁਰੂ ਦੀ ਮੱਤ ਲੈ ਕੇ ਬੋਲਾਂ, ਉਹ ਬੋਲ ਕਿਸੇ ਦੇ ਤਪਦੇ ਹਿਰਦੇ ਨੂੰ ਠਾਰ ਸਕਦੇ ਨੇ, ਕਿਸੇ ਦੇ ਹਿਰਦੇ ਦੇ ਭਰਮ ਦੀ ਨਿਵਰਤੀ ਕਰ ਸਕਦੇ ਨੇ। ਸੰਤ ਅਤਰ ਸਿੰਘ ਜੀ ਮਹਾਪੁਰਸ਼ਾਂ ਦਾ ਬੜਾ ਪਿਆਰਾ ਕਥਨ ਹੈ। ਕਹਿੰਦੇ, ਜਿਸ ਦਿਨ ਤੁਹਾਡਾ ਦਿਲ ਕਰੇ ਮੈਂ ਬੋਲਾਂ, ਗੁਰੂ ਘਰ ਦੀ ਕਥਾ ਕਰਾਂ, ਬੋਲਾਂ, ਕਹਿੰਦੇ ਉਸ ਦਿਨ ਨਾ ਬੋਲੋ, ਕਿਉਂਕਿ ਉਸ ਦਿਨ ਤੁਹਾਡਾ ਹੰਕਾਰ ਬੋਲੇਗਾ। ਕਹਿੰਦੇ ਜਿਸ ਦਿਨ ਤੁਹਾਡਾ ਮਨ ਨਾ ਕਰੇ ਵੀ ਅੱਜ ਮੈਂ ਕਥਾ ਨਹੀਂ ਕਰਨੀ, ਅੱਜ ਮੈਂ ਨਹੀਂ ਬੋਲਣਾ, ਕਹਿੰਦੇ ਬੋਲੋ, ਕਿਉਂਕਿ ਉਸ ਦਿਨ ਗੁਰੂ ਤੁਹਾਡੇ ਅੰਦਰ ਬੋਲੇਗਾ। ਇਹ ਬਚਨ ਉਹਨਾਂ ਮਹਾਪੁਰਸ਼ਾਂ ਦਾ ਸਾਡੇ ਜੇ ਕਥਾਕਾਰਾਂ ਵਾਸਤੇ ਹੈ। ਔਰ ਇਹ ਪ੍ਰੈਕਟੀਕਲ ਹੈ। ਜਿਸ ਦਿਨ ਨਾ ਕਰੇ ਚਿਤ ਬੋਲਣ ਨੂੰ, ਬੋਲੀਏ, ਉਸ ਦਿਨ ਅੰਮ੍ਰਿਤ ਵਰਸਦਾ ਹੈ। ਬੁੱਧੀ ਅਸਚਰਜ ਵਿਸਮਾਦ ਵਿੱਚ ਚਲੀ ਜਾਂਦੀ ਹੈ ਕਿ ਬੋਲ ਤਾਂ ਮੈਂ ਕਿਤੇ ਪੜ੍ਹੇ ਨਹੀਂ, ਕਿਤੇ ਵੇਖੇ ਨਹੀਂ, ਸੁਣੇ ਨਹੀਂ, ਕਿੱਥੋਂ ਆ ਗਏ। ਤਾਂ ਮੈਂ ਕਹਿਆ ਕਹਿਣ ਜਾਂ ਤੁਝੇ ਕਹਾਇਆ। ਮੈਂ ਇਹ ਕਹਿਣ ਜੋਗਾ ਤਾਂ ਹੋਇਆ, ਮੈਂ ਇਹ ਬੋਲ ਰਿਹਾ ਤਾਂ ਬੋਲ ਰਿਹਾ। ਹੇ ਗੁਰੂ ਹਰਿਕ੍ਰਿਸ਼ਨ ਸਾਹਿਬ, ਤੁਹਾਡੀ ਛੜੀ ਸਿਰ ਤੇ ਪਈ ਹੈ ਤਾਂ ਪਿਆ ਬੋਲਦਾ। ਜਦੋਂ ਛੜੀ ਚੁੱਕ ਲੋਗੇ ਮੈਂ ਕੱਖ ਵੀ ਨਹੀਂ, ਕੁਝ ਵੀ ਨਹੀਂ, ਗੂੰਗਾ। ਛੜੀ ਰੱਖਦੇ ਹੋ ਤਾਂ ਬੋਲਦਾ ਹਾਂ, ਚੁੱਕ ਲੈਂਦੇ ਹੋ ਤਾਂ ਗੂੰਗਾ ਹਾਂ। ਇਹ ਭਾਵਨਾ ਗੁਰਸਿੱਖ ਨੇ ਆਪਣੇ ਹਿਰਦੇ 'ਚ ਰੱਖਣੀ।
ਤੇਰੇ ਜੋਰ ਸੰਗ ਹੋ ਗੂੰਗਾ, ਕਹਿਤ ਕਲਗੀਧਰ ਸਵਾਮੀ ਜੀ ਵੀ ਬਚਨ ਲਿਖਦੇ। ਮਹਾਰਾਜ ਤੇਰੇ ਜੋਰ ਨਾਲ ਮੈਂ ਗੂੰਗਾ ਬੋਲਣ ਲੱਗਾ ਹਾਂ। ਦਸਮੇਸ਼ ਪਾਤਸ਼ਾਹ ਲਿਖ ਰਹੇ ਨੇ ਬਚਨ, ਤੇਰੇ ਜੋਰ ਸੰਗ ਹੋ ਗੂੰਗਾ ਕਹਿਤ, ਤੇਰੇ ਜੋਰ ਨਾਲ ਮੈਂ ਗੂੰਗਾ ਬੋਲਣ ਲੱਗਾ। ਰੋਜ਼ ਆਪ ਸਾਹਿਬ ਚ ਪੜ੍ਹਦੇ ਹੋ, ਤੇਰਾ ਜੋਰ ਚਾਚਰੀ ਛੰਦ, ਤੇਰੇ ਜੋਰ ਨਾਲ ਮੈਂ ਚਾਚਰੀ ਛੰਦ ਬੋਲਣ ਲੱਗਾ, ਨਹੀਂ ਤਾਂ ਮੇਰੇ ਚ ਬੋਲਣ ਦੀ ਤਾਕਤ ਨਹੀਂ। ਤਾਂ ਮੈਂ ਕਹਿਆ, ਤਾਂ ਮੈਂ ਕਹਿਣ ਜੋਗਾ ਹੋਇਆ, ਜੇ ਤੁਸੀਂ ਮੇਰੇ ਤੋਂ ਪ੍ਰੇਰਨਾ ਕਰਕੇ ਕਹਾਇਆ ਹੈ। ਅੰਮ੍ਰਿਤ ਹਰ ਕਾ ਨਾਮ ਮੇਰਾ ਮਨ ਭਾਇਆ। ਮੇਰੇ ਸਾਹਿਬ ਦਾ ਨਾਮ ਅੰਮ੍ਰਿਤ ਹੈ, ਮੁਰਦਿਆਂ ਨੂੰ ਜਿਉਂਦਾ ਕਰਨ ਵਾਲਾ ਹੈ, ਮੁਰਦਿਆਂ ਨੂੰ ਸੁਰਜੀਤ ਕਰਨ ਵਾਲਾ ਹੈ। ਮਰ ਚੁੱਕੇ ਲੋਕ ਨੇ ਜਿਹੜੇ ਰੱਬ ਦੀ ਤਰਫੋਂ ਜੀਵਤ ਹੋ ਜਾਂਦੇ ਨੇ, ਐਸਾ ਨਾਮ ਹੈ ਅੰਮ੍ਰਿਤ, ਔਰ ਮੇਰੇ ਮਨ ਨੂੰ ਇਹ ਭਾਉਂਦਾ ਹੈ। ਅੰਮ੍ਰਿਤ ਨਾਮ ਨਿਧਾਨ ਹੈ, 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 ਅੰਮ੍ਰਿਤ ਨਾਮ ਨਿਧਾਨ ਹੈ। ਮਿਲ ਪੀਵੋ ਪਾਏ, 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 ਮਿਲ ਪੀਵੋ ਪਾਏ। ਹਰੀ ਦਾ ਨਾਮ ਅੰਮ੍ਰਿਤ ਹੈ, ਮੇਰੇ ਮਨ ਨੂੰ ਭਾਉਂਦਾ ਹੈ। ਨਾਮ ਮੀਠਾ ਮਨ ਹੈ ਲਾਗਾ, ਦੁਖ ਡੇਰਾ ਢਾਹਿਆ। ਹਰੀ ਦਾ ਨਾਮ ਮੇਰੇ ਮਨ ਨੂੰ ਮਿੱਠਾ ਲੱਗਦਾ ਹੈ, ਪਿਆਰਾ ਲੱਗਦਾ ਹੈ। ਨਾਮ ਮੀਠਾ ਮਨ ਹੈ ਲਾਗਾ, ਮੇਰੇ ਮਨ ਨੂੰ ਪਰਮੇਸ਼ਰ ਦਾ ਨਾਮ ਪਿਆਰਾ ਲੱਗਾ। ਕਿਉਂ ਪਿਆਰਾ ਲੱਗਾ? ਕਿਉਂਕਿ ਇਸੇ ਹਰੀ ਨਾਮ ਨੇ ਦੁੱਖ ਡੇਰਾ ਢਾਹਿਆ, ਦੁੱਖਾਂ ਦਾ ਡੇਰਾ ਢਾ ਦਿੱਤਾ। ਦੁੱਖਾਂ ਦਾ ਡੇਰਾ ਕਿਹੜਾ? ਵਿਦਿਆ, ਅਗਿਆਨ। ਜਿੱਥੇ ਅਗਿਆਨ ਹੈ ਉੱਥੇ ਦੁੱਖ ਨੇ। ਮੇਰੇ ਅੰਦਰੋਂ ਜਿਹੜਾ ਇਹ ਦੁੱਖਾਂ ਦਾ ਡੇਰਾ ਸੀ, ਉਹ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੇ ਢਾ ਦਿੱਤਾ ਹੈ। ਸੁਖ ਮਨ ਮਹਿ ਆਏ ਵਸਿਆ, ਜਾਮ ਤੈ ਫਰਮਾਇਆ। ਪਰਮੇਸ਼ਰ ਦਾ ਅੰਮ੍ਰਿਤ ਨਾਮ ਜੋ ਸੁਖ ਸਰੂਪ ਹੈ, ਮੇਰੇ ਮਨ ਵਿੱਚ ਆ ਵਸਿਆ ਹੈ। ਜਾਮ ਤੈ ਫਰਮਾਇਆ। ਮਹਾਰਾਜ ਜੀ, ਜਦੋਂ ਤੁਹਾਡਾ ਫਰਮਾਨ ਹੋਇਆ, ਆਪ ਜੀ ਦੀ ਆਗਿਆ ਹੋਈ, ਆਪ ਜੀ ਦਾ ਹੁਕਮ ਵਰਤਿਆ, ਤੇ ਆਪ ਜੀ ਦਾ ਅੰਮ੍ਰਿਤ ਨਾਮ ਜੋ ਸੁਖ ਸਹਿਤ ਹੈ, ਉਹ ਮੇਰੇ ਮਨ ਵਿੱਚ ਆ ਵਸਿਆ। ਨਦਰ ਤੁਧ ਅਰਦਾਸ ਮੇਰੇ, ਜਨ ਆਪ ਉਪਾਇਆ। ਜਿਸ ਨੇ ਸਾਰੀ ਧਰਤੀ ਪੈਦਾ ਕੀਤੀ, ਆਪ ਹੀ ਇਹ ਸਾਰਾ ਕੁਝ ਬਣਾਇਆ ਹੈ, ਉਸ ਦੀ ਜਦੋਂ ਨਦਰ ਹੋਈ, ਉਸ ਦੀ ਜਦੋਂ ਕਿਰਪਾ ਹੋਈ, ਮੈਂ ਤਿਸ ਦੇ ਚਰਨਾਂ ਵਿੱਚ ਅਰਦਾਸ ਕੀਤੀ, ਬੇਨਤੀ ਕੀਤੀ। ਮਹਾਰਾਜ ਮੇਰੇ ਤੇ ਨਦਰ ਕਰੋ, ਮੇਰੇ ਤੇ ਆਪਣੀ ਤਰਸ ਭਰੀ ਨਿਗਾਹ ਨਾਲ ਵੇਖੋ। ਮੈਂ ਕਹਿਆ ਕਹਿਣ, ਜਬ ਤੁਝੈ ਕਹਾਇਆ। ਮੈਂ ਇਹ ਸਾਰਾ ਕੁਝ ਤਾਂ ਕਹਿਆ, ਕਹਿਣ ਜੋਗਾ ਤਾਂ ਹੋਇਆ, ਜੇ ਤੁਸੀਂ ਮੇਰੇ ਤੋਂ ਕਹਾਇਆ। ਤੁਸੀਂ ਮੇਰੇ ਤੋਂ ਕਹਾਇਆ। ਇਹ ਜੋ ਕੁਝ ਵੀ ਕਹਿ ਰਿਹਾ, ਤੁਹਾਡੇ ਕਹਾਣ ਨਾਲ ਹੀ ਕਹਿ ਰਿਹਾ। ਇਸ ਕਰਕੇ ਪਾਤਸ਼ਾਹ ਤਰਸ ਕਰੋ, ਇਹੋ ਜੇ ਬੋਲ ਕਹਾਇਓ, ਇਹੋ ਜੇ ਅੰਮ੍ਰਿਤ ਬੋਲ ਕਹਾਇਓ, ਜਿਨ੍ਹਾਂ ਬੋਲਾਂ ਵਿੱਚ ਤੁਹਾਡੀ ਸਿਫਤ ਹੋਵੇ, ਤੁਹਾਡੀ ਸੋਭਾ ਹੋਵੇ। ਮੈਂ ਆਪਣੀ ਜ਼ੁਬਾਨ ਤੋਂ ਇਹੋ ਜੇ ਬੋਲ ਨਾ ਬੋਲਾਂ ਜਿਹੜੇ ਕਿਸੇ ਦੇ ਹਿਰਦੇ ਨੂੰ ਚੀਰ ਕੇ ਰੱਖ ਦੇਣ। ਮਹਾਰਾਜ ਮੇਰੇ ਤੇ ਨਜ਼ਰ ਕਰੋ, ਦਇਆ ਕਰੋ,
ਅੰਮ੍ਰਿਤ ਬੋਲੀ ਆਪਣੀ ਰਸਨਾ ਤੋਂ ਬੋਲਾਂ। ਵਾਰੇ ਖਸਮ ਕਢਾਏ ਕਿਰਤ ਕਮਾਵਣਾ। ਸਾਡੇ ਕੀਤੇ ਹੋਏ ਕਰਮਾਂ ਦਾ ਫਲ ਉਹਦੇ ਵਜੋਂ ਸਾਨੂੰ ਵਾਰੀ ਮਿਲੀ ਹੈ ਇਹ ਮਨੁੱਖਾ ਜਨਮ ਦੀ। ਜੈਸੇ ਕਰਮ ਕੀਤੇ ਨੇ ਉਹਨਾਂ ਕੀਤੇ ਹੋਏ ਕਰਮਾਂ ਦੀ ਵਾਰੀ ਮਿਲੀ ਹੈ ਸਾਨੂੰ ਮਨੁੱਖਾ ਜਨਮ। ਮੰਦਾ ਕਿਸੈ ਨ ਆਖ ਝਗੜਾ ਪਾਵਣਾ। ਜੇ ਵਾਹਿਗੁਰੂ ਨੇ ਵਾਰੀ ਦਿੱਤੀ ਹੈ ਕਿਉਂ ਅਜਾਈ ਗਵਾਉਣਾ ਮੰਦੇ ਬੋਲ ਬੋਲ ਕੇ। ਕਿਸੇ ਨੂੰ ਮੰਦਾ ਆਖਣ ਦੀ ਲੋੜ ਨਹੀਂ। ਜੋ ਮੰਦੇ ਹਨ ਉਹ ਆਪੇ ਹੀ ਜਗ 'ਚ ਜ਼ਾਹਰ ਹੋ ਜਾਂਦੇ ਨੇ। ਤੂੰ ਕਿਉਂ ਆਖਦਾ ਕਿਸੇ ਨੂੰ ਮੰਦਾ, ਕਿਉਂ ਕਹਿਣਾ ਕਿਸੇ ਨੂੰ ਬੁਰਾ? ਕਹਿੰਦੇ ਮੰਦਾ ਕਿਸੇ ਨਾ ਆਖ, ਕਿਸੇ ਨੂੰ ਆਖ ਕੇ ਕਿਉਂ ਆਪਣੇ ਗਲਾਵੇਂ 'ਚ ਝਗੜਾ ਪਾਉਣਾ ਕਿਸੇ ਨੂੰ ਮੰਦਾ ਕਹਿ ਕੇ। ਜਦੋਂ ਕਿਸੇ ਨੂੰ ਮੰਦਾ ਕਹਾਂਗੇ ਅਗਲੇ ਨੇ ਕਿਹੜਾ ਖੈਰ ਗੁਜ਼ਾਰਨੀ ਹੈ। ਬਿਨਾਂ ਗੱਲ ਤੋਂ ਗੱਲ ਝਗੜਾ ਪੈਣਾ। ਇਸ ਕਰਕੇ ਸਜਣਾ ਨਾ ਆਖ ਮੰਦਾ, ਆਪਣੇ ਆਨੰਦ 'ਚ ਮਗਨ ਰਹਿ। ਜਾਂ ਫਿਰ ਕਹਿਣ ਜੋਗਾ ਹੈ ਤਾਂ ਕਹਿ, ਜਾਂ ਤੇਰੇ ਕਹਿਣ ਨਾਲ ਉਹ ਮੰਦੇ ਕਰਮ ਛੱਡ ਦਿੰਦਾ ਤਾਂ ਤੂੰ ਕਹਿ। ਤੂੰ ਇੰਨਾ ਸક્ષਮ ਹੈ ਕਿ ਤੇਰੇ ਕਹਿਣ ਨਾਲ ਉਹਨੇ ਮਾੜੇ ਕਰਮ ਛੱਡ ਦੇਣੇ ਆ ਤੇ ਕਹਿਣ ਜੋਗਾ ਹੋ ਜਾ। ਪਰ ਜੇ ਪਤਾ ਵੀ ਤੇਰੇ ਕਹਿਣ ਦੇ ਨਾਲ, ਉਹਨੂੰ ਮੰਦਾ ਕਹਿਣ ਦੇ ਨਾਲ ਉਹਨੇ ਮਾੜੇ ਕਰਮ ਨਹੀਂ ਛੱਡਣੇ, ਉਲਟਾ ਤੇਰੇ ਗਲ ਪੈਣਾ, ਤੇ ਫਿਰ ਇਹਦੇ ਨਾਲੋਂ ਤਾਂ ਚੁੱਪ ਭਲੀ। ਇਹੋ ਜਿਹੇ ਮੂਰਖਾਂ ਨਾਲ ਲੂਝਣ ਦੀ ਤਾਂ ਲੋੜ ਹੀ ਨਹੀਂ। ਮਹਾਰਾਜ ਜੀ ਦੇ ਬਚਨ ਨੇ ਮੂਰਖਾਂ ਨਾਲ ਨਾ ਲੂਝੀ। ਦੂਜਾ ਅਰਥ ਏਦਾਂ ਵੀ ਹੈ, ਜਦੋਂ ਕਿਸੇ ਨੂੰ ਕੌੜੇ ਬੋਲ ਬੋਲਾਂਗੇ, ਖਾਣ ਨੂੰ ਪਵਾਂਗੇ ਹਰ ਇੱਕ ਨੂੰ, ਤਾਂ ਕਹਿੰਦੇ ਸੱਜਣਾ ਏਦਾਂ ਕੌੜੇ ਬੋਲ ਬੋਲ ਕੇ ਤੇਰੇ ਗਲ ਝਗੜਾ ਪੈਣਾ। ਤਾਂ ਉਹ ਮੰਦੇ ਬੋਲ ਬੋਲ ਕੇ ਤੂੰ ਆਪਣੇ ਗਲ ਝਗੜਾ ਨਾ ਪਾ। ਪਾਏ ਝਗੜਾ ਸੁਆਮ ਸੇਤੇ ਆਪ ਆਪ ਵੰਝਾਵਣਾ। ਤੂੰ ਤਾਂ ਰੱਬ ਨਾਲ ਵੀ ਝਗੜਾ ਪਾਈ ਬੈਠਾ, ਪਰਮੇਸ਼ਰ ਨਾਲ ਵੀ ਝਗੜਾ ਪਾਈ ਬੈਠਾ। ਪੁੱਛੇ ਕਿਵੇਂ? ਰੱਬਾ ਤੂੰ ਆਹ ਠੀਕ ਨਹੀਂ ਕੀਤਾ, ਤੂੰ ਆਹ ਗਲਤ ਕੀਤਾ। ਜਦੋਂ ਰੱਬ ਦੇ ਨਾਲ ਝਗੜਾ ਪਾ ਲਿਆ, ਸੁਆਮੀ ਨਾਲ, ਕਹਿੰਦੇ ਦੱਸ ਇਹ ਚੰਗਾ ਕੀਤਾ ਤੂੰ? ਜੇ ਤੂੰ ਪਰਮੇਸ਼ਰ ਨਾਲ ਝਗੜਾ ਪਾ ਲਿਆ, ਬੋਲ ਕੇ ਇਹੋ ਜਿਹੇ ਬੋਲ ਕੇ ਰੱਬ ਨੇ ਆਹ ਬੜਾ ਮਾੜਾ ਕੀਤਾ, ਪਰਮੇਸ਼ਰ ਨੇ ਆਹ ਬੜੀ ਮਾੜੀ ਕਰਤੂਤ ਕੀਤੀ ਆ, ਰੱਬ ਨੇ ਏਦਾਂ ਬੋਲਦੇ ਨੇ ਨਾ ਕਈ। ਕਹਿੰਦੇ ਜਦੋਂ ਆਪਣੇ ਸੁਆਮੀ ਨੂੰ, ਆਪਣੇ ਮਾਲਕ ਨੂੰ ਮਾੜਾ ਕਹੇਗਾ ਜਿਹਨੇ ਤੈਨੂੰ ਸਾਰਾ ਕੁਝ ਦਿੱਤਾ ਹੈ, ਫਿਰ ਤੂੰ ਆਪ ਹੀ ਖੁਆਰ ਹੋਏਗਾ। ਆਪ ਬੰਝਾਵਣਾ, ਆਪਣਾ ਆਪ ਹੀ ਖੁਆਰ ਕਰੇਗਾ, ਆਪਣੇ ਪੈਰਾਂ ਤੇ ਕੁਹਾੜਾ ਮਾਰੇਗਾ। ਰੱਬ ਦਾ ਕੀ ਵਿਗੜਨਾ? ਮੰਨ ਲਓ ਜੇ ਬੰਦਾ ਰੱਬ ਨੂੰ ਗਾਲਾਂ ਕੱਢੇ, ਰੱਬ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੋਂ, ਫਿਰ ਸ਼ਾਮ ਤੋਂ ਲੈ ਕੇ ਸਵੇਰ ਤੱਕ ਉਹਨੂੰ ਮਾੜਾ ਕਹੀ ਜਾਏ, ਰੱਬ ਦਾ ਕੁਝ ਵਿਗਾੜ ਲਏਗਾ? ਆਪਣਾ ਆਪ ਹੀ ਖੁਆਰ ਕਰਨਾ ਬੰਦੇ ਨੇ। ਜੇ ਉਹਦੀ ਰਜ਼ਾ 'ਚ ਰਾਜੀ ਰਹੇ ਤਾਂ ਖੁਸ਼ ਰਹੇਗਾ। ਹਾਂਜੀ, ਜਿਸ ਨਾਲ ਸੰਗਤ ਕਰ ਸਰੀਕੇ ਜਾਏ ਕਿਆ ਰੁਆਵਣਾ। ਕਹਿੰਦੇ ਜਿਹਦੇ ਨਾਲ ਸੰਗਤ ਕਰਨੀ ਸੀ ਉਹਦੇ ਨਾਲ ਸ਼ਰੀਕਾ ਲਾ ਲਿਆ, ਉਹਦਾ ਵੈਰੀ ਬਣ ਬੈਠਾ। ਜਿਹਦੀ ਸੰਗਤ ਕਰਨੀ ਸੀ ਉਹਦੇ ਨਾਲ ਹੀ ਦੁਸ਼ਮਣੀ ਪਾ ਬੈਠਾ, ਵੈਰੀ ਬਣ ਬੈਠਾ ਉਹਦਾ। ਦੱਸ ਅੱਗੇ ਜਾ ਕੇ ਰੋਂਦਾ ਕੀ ਕਰੇਗਾ? ਅੱਗੇ ਜਾ ਕੇ ਸੱਜਣਾ ਤੈਨੂੰ ਰੋਣਾ ਪੈਣਾ। ਉੱਥੇ ਕੀ ਕਰੇਗਾ? ਜਦੋਂ ਹਿਸਾਬ ਕਿਤਾਬ ਹੋਣਾ, ਲੇਖਾ ਜੋਖਾ ਮੰਗਿਆ ਜਾਣਾ, ਫਿਰ ਤਾਂ ਸੱਜਣਾ ਤੇਰੇ ਪੱਲੇ ਰੋਣਾ ਹੀ ਰਹਿ ਜਾਣਾ। ਜਿਹਦੀ ਸੰਗਤ ਕਰਨੀ ਸੀ ਉਹਦੇ ਨਾਲ ਸ਼ਰੀਕਾ ਕਰ ਲਿਆ, ਉਹਦਾ ਵੈਰੀ ਬਣ ਬੈਠਾ। ਕੀ ਕਰੇਗਾ ਅੱਗੇ ਭਾਈ? ਰੋ ਕੇ ਜੋ ਦੇ ਸਹਿਣਾ ਮਨ ਹੈ ਕਹਿਣਾ ਆਖ ਨਾਹੀ ਵਾਵਣਾ। ਇਹ ਬਿਰਤੀ ਬਣਾ
ਕਿ ਜੋ ਉਸ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਉਹਨੂੰ ਆਪਣੇ ਮਨ ਵਿੱਚ ਰਜਾ ਵਿੱਚ ਰਾਜੀ ਰਹਿ ਕੇ ਮਾਣ। ਮਨ ਹੈ ਕਹਿਣਾ, ਆਪਣੇ ਮਨ ਨੂੰ ਹੀ ਕਹਿਣਾ, ਮਨਾ ਰੱਬ ਨੇ ਜੋ ਦਿੱਤਾ ਇਹਦੇ ਚ ਰਾਜੀ ਰਹਿ, ਤੇਰੇ ਕਰਮਾਂ ਦਾ ਫਲ ਹੈ ਜੋ ਤੈਨੂੰ ਮਿਲ ਰਿਹਾ, ਚੰਗਾ ਚਾਹੇ ਮਾੜਾ, ਤੇਰੇ ਕਰਮਾਂ ਦਾ ਫਲ ਹੈ। ਆਪਣੇ ਮਨ ਨੂੰ ਏਦਾਂ ਕਹੋ। ਆਖ ਨਾਹੀ ਵਾਵਣਾ, ਬੋਲ ਕੇ ਆਖ ਕੇ ਆਪਣੇ ਆਪ ਨੂੰ ਖੁਆਰ ਕਰਨ ਦੀ ਲੋੜ ਨਹੀਂ, ਗਵਾਣ ਦੀ ਲੋੜ ਨਹੀਂ। ਵਾਰੇ ਖਸਮ ਕਢਾਏ ਕਿਰਤ ਕਮਾਵਣਾ, ਇਹਦੀ ਕੀਤੀ ਹੋਈ ਕਿਰਤ ਦੇ ਫਲ ਸਦਕਾ ਜੋ ਇਹਨੇ ਕਰਮ ਕਮਾਏ ਨੇ ਉਹਦੇ ਮੂਜਬ ਵਾਹਿਗੁਰੂ ਪਰਮੇਸ਼ਰ ਨੇ ਇਸ ਨੂੰ ਵਾਰੀ ਦਿੱਤੀ ਹੈ। ਜਾਂ ਅੱਗੇ ਜਿਹੜੀਆਂ ਜੋਨੀਆਂ ਦੀ ਵਾਰੀ ਮਿਲਣੀ ਆ ਉਹ ਇਹਦੇ ਕੀਤੇ ਕਰਮਾਂ ਦੇ ਮੁਤਾਬਕ ਪ੍ਰਾਪਤ ਹੋਣੀ ਹੈ। ਸਭ ਉਪਾਇਨ ਆਪ ਆਪੇ ਨਦਰ ਕਰੇ, ਵਾਹਿਗੁਰੂ ਨੇ ਸਾਰਾ ਕੁਝ ਆਪ ਹੀ ਉਪਾਇਨ ਕਹੀਏ ਪੈਦਾ ਕੀਤਾ ਹੈ। ਉਹਨੇ ਹੀ ਇੱਕ ਓੰਕਾਰ ਤੋਂ ਸਾਰਾ ਆਕਾਰ ਬਣਾਇਆ। ਇਸ ਕਰਕੇ ਨਿਰੰਕਾਰ ਨੇ ਵਿਧਾਤੇ ਨੇ ਇਹ ਸਾਰਾ ਕੁਝ ਆਪ ਪੈਦਾ ਕੀਤਾ, ਆਪ ਹੀ ਬਣਾਇਆ ਔਰ ਆਪ ਹੀ ਸਾਰਿਆਂ ਤੇ ਨਜ਼ਰ ਕਰਕੇ ਵੇਖ ਰਿਹਾ, ਯਾਨੀ ਕਿ ਬਣਾ ਕੇ ਫਿਰ ਪਾਲ ਵੀ ਰਿਹਾ। ਐਸਾ ਨਹੀਂ ਕਿ ਪੈਦਾ ਕੀਤਾ ਤੇ ਪਾਲਦਾ ਨਹੀਂ। ਜੇ ਪੈਦਾ ਕੀਤੇ ਨੇ ਸਾਰੇ ਜੀਵ ਜੰਤੂ ਫਿਰ ਉਹਨਾਂ ਨੂੰ ਨਜ਼ਰ ਕਰਕੇ ਵੇਖ ਕੇ ਪਾਲ ਵੀ ਰਿਹਾ। ਕੌੜਾ ਕੋਏ ਨ ਮੰਗੈ ਮਿੱਠਾ ਸਭ ਮੰਗੈ, ਰੱਬ ਕੋਲੋਂ ਕਦੇ ਕਿਸੇ ਨੇ ਕੌੜਾ ਮੰਗਿਆ? ਦੁੱਖ ਤਾਂ ਨਹੀਂ ਮੰਗਿਆ, ਸਾਰੇ ਮਿੱਠਾ ਸੁੱਖ ਹੀ ਮੰਗਦੇ ਆ। ਹੁਣ ਇਹ ਮੰਗਦਾ ਮਿੱਠਾ ਮਿਲਦਾ ਕੌੜਾ, ਐਸਾ ਕੀ ਕਿਉਂ ਹੁੰਦਾ ਐਸਾ? ਇਹ ਮੰਗੇ ਤਾਂ ਸੁੱਖ, ਮਿਲ ਗਿਆ ਦੁੱਖ। ਇਹਦਾ ਕਾਰਨ ਹੈ ਕਿ ਜਿਹੜੇ ਸੁੱਖ ਮੰਗੇ ਨੇ ਉਹਨਾਂ ਸੁੱਖਾਂ ਦੇ ਨਾਲ ਉਹਨਾਂ ਦਾ ਪਰਛਾਵਾਂ ਦੁੱਖ ਵੀ ਹੈ, ਉਹ ਵੀ ਆਉਣਾ ਨਾਲ। ਇਸ ਕਰਕੇ ਗੁਰਸਿੱਖ ਇਹਨਾਂ ਦੋਹਾਂ ਤੋਂ ਉੱਪਰ ਉੱਠ ਜਾਂਦਾ, ਉਹ ਨਾ ਦੁੱਖ ਮੰਗਦਾ ਨਾ ਸੁੱਖ, ਦੋਨਾਂ ਵਿੱਚ ਇੱਕ ਸਮਾਨ ਹੀ ਰਹਿੰਦਾ। ਹਰਖ ਸੋਗ ਦੋਨਾਂ ਵਿੱਚ ਇੱਕ ਸਮਾਨ ਬਿਰਤੀ ਰੱਖਦਾ ਜਿਹੜਾ ਗੁਰਮੁਖ ਹੈ। ਤੂੰ ਕਹਿੰਦੇ ਮਿੱਠਾ ਤਾਂ ਸਾਰੇ ਮੰਗਦੇ ਨੇ, ਕੌੜਾ ਨਹੀਂ ਕੋਈ ਮੰਗਦਾ, ਯਾਨੀ ਕਿ ਸੁੱਖ ਮੰਗਦੇ ਨੇ ਸਾਰੇ, ਦੁੱਖ ਕੋਈ ਨਹੀਂ ਮੰਗਦਾ। ਸਭ ਕੋਏ ਮਿੱਠਾ ਮੰਗ ਦੇਖੈ ਖਸਮ ਭਾਵੈ ਸੋ ਕਰ, ਸਾਰੀ ਦੁਨੀਆ ਸਾਰਾ ਸੰਸਾਰ ਮਿੱਠਾ ਹੀ ਮੰਗ ਰਿਹਾ, ਸੁੱਖ ਹੀ ਮੰਗ ਰਿਹਾ, ਪਰ ਮਿਲਣਾ ਉਹੀ ਹੈ ਜੋ ਖਸਮ ਨੂੰ ਪਾਉਣਾ। ਜੋ ਪਰਮੇਸ਼ਰ ਨੂੰ ਪਾਉਣਾ ਉਹਨੇ ਉਹੀ ਕੁਝ ਦੇਣਾ। ਉਹਨੇ ਵੇਖਣਾ ਵੀ ਇਹਦੇ ਕੀ ਕਰਮ ਨੇ, ਇਹਨੂੰ ਕੀ ਚਾਹੀਦਾ, ਕਿੰਨੇ ਕੁ ਦਿੱਤੇ ਦੇ ਨਾਲ ਇਹ ਠੀਕ ਰਹਿ ਸਕਦਾ, ਉਹਨੇ ਉਹਨਾਂ ਕੀ ਦੇਣਾ। ਅਕਾਲ ਪੁਰਖ ਜਿੰਨਾ ਕੁ ਭਾਂਡਾ ਬਣਿਆ ਹੋਇਆ ਨਾ ਕਿਸੇ ਦਾ, ਉਹਨਾਂ ਕੀ ਪੈਣਾ ਉਹਦੇ ਚ, ਉਹਦੇ ਤੋਂ ਵੱਧ ਪੈਣਾ ਹੀ ਨਹੀਂ। ਜਿੰਨਾ ਕੁ ਕਿਸਾ ਕੋਈ ਜਿੰਨਾ ਕੁ ਪਾਤਰ ਹੈ, ਜਿੰਨਾ ਕੁ ਵੀ ਅਧਿਕਾਰੀ ਹੈ, ਉਹਨੂੰ ਉਹਨਾਂ ਕੀ ਪ੍ਰਾਪਤ ਹੋਣਾ, ਉਹਦੇ ਤੋਂ ਵੱਧ ਕਿਵੇਂ ਮਿਲ ਸਕਦਾ? ਜਿੰਨੀ ਮੇਰੀ ਬੁੱਕ ਦੇ ਵਿੱਚ ਸਮਾਨ ਆਉਣਾ ਓਨਾ ਹੀ ਆਉਣਾ ਨਾ, ਤੇ ਬੁੱਕ ਤੋਂ ਵੱਧ ਤੇ ਮੈਂ ਭਰ ਹੀ ਨਹੀਂ ਸਕਦਾ। ਇਸ ਕਰਕੇ ਭਾਵੇਂ ਸਾਰੀ ਦੁਨੀਆ ਮਿੱਠਾ ਮੰਗਦੀ ਹੈ, ਪਰ ਮਿਲਣਾ ਉਹੀ ਹੈ ਜੋ ਪਰਮੇਸ਼ਰ ਨੂੰ ਪਾਉਣਾ। ਹਾਂਜੀ। ਕਿਛ ਪੁੰਨ ਦਾਨ ਅਨੇਕ ਕਰਨੇ ਨਾਮ ਤੁਲਨਾ ਸਮਸਰ, ਆ ਜਿਹੜੇ ਕੁਝ ਪੁੰਨ ਦਾਨ ਕਰਨੇ ਨੇ, ਅਨੇਕ ਪ੍ਰਕਾਰ ਦੀਆਂ ਕਰਨੀਆਂ ਕਰਮ ਕਾਂਡ ਕਰਨੇ ਨੇ, ਇਹ ਜਿੰਨੇ ਵੀ ਕਰਮ ਕਾਂਡ ਨੇ ਜਾਂ ਇਹ ਜਿੰਨੇ ਵੀ ਪੁੰਨ ਦਾਨ ਨੇ, ਪਰਮੇਸ਼ਰ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ। ਨਾਮ ਤੁਲ ਨਾ ਸਮਸਰ, ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ ਹਨ ਇਹ ਸਾਰੇ।
ਇਹ ਗੱਲ ਸਿੱਖ ਨੂੰ ਆਪਣੇ ਹਿਰਦੇ ਵਿੱਚ ਪੱਕੇ ਤੌਰ ਤੇ ਧਾਰਨ ਕਰ ਲੈਣੀ ਚਾਹੀਦੀ ਹੈ ਕਿ ਨਹੀਂ ਤੁਲ ਰਾਮ ਨਾਮ ਵਿਚਾਰ। ਜਾਪ ਤਾਪ ਗਿਆਨ ਸਭ ਧਿਆਨ, ਖਟ ਸ਼ਾਸਤਰ ਸਿਮਰਤ ਵਖਿਆਨ, ਜੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮੱਧੇ ਫਿਰਿਆ। ਇਹ ਜਿਤਨੇ ਵੀ ਕਰਮ ਨੇ ਨਹੀਂ ਤੁਲ ਰਾਮ ਨਾਮ ਵਿਚਾਰ, ਪਰਮੇਸ਼ਰ ਦੇ ਨਾਮ ਦੇ ਤੁਲ ਨਹੀਂ ਹਨ। ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢੰਡੋਲ, ਪੁੱਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਪਰਮੇਸ਼ਰ ਦੇ ਨਾਮ ਦੇ ਬਰਾਬਰ ਇਹ ਕੋਈ ਵੀ ਨਹੀਂ ਪੁੱਜ ਸਕਦਾ। ਪੁੱਜਸ ਦਾ ਮਤਲਬ ਉਹਦੇ ਬਰਾਬਰ ਨਹੀਂ ਹੋ ਸਕਦੇ। ਪਰਮੇਸ਼ਰ ਦਾ ਨਾਮ ਐਸਾ ਅਮੋਲਕ ਹੈ, ਇਹ ਅਮੋਲਕ ਦਾਤ ਹੈ ਕਿ ਹਰੀ ਪਰਮੇਸ਼ਰ ਦੇ ਨਾਮ ਦੇ ਤੁਲ ਨਾ ਕੋਈ ਪੁੰਨ ਹੈ, ਨਾ ਕੋਈ ਦਾਨ ਹੈ, ਨਾ ਹੀ ਕੋਈ ਸੰਸਾਰ ਦਾ ਕਰਮ ਕਾਂਡ ਹੈ। ਨਾਨਕਾ ਜਿਨ ਨਾਮ ਮਿਲਿਆ, ਕਰਮ ਹੋਆ ਧੁਰ ਕਦ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਫੁਰਮਾਨ ਕਰਦੇ ਨੇ, ਜਿਨ੍ਹਾਂ ਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਮਿਲਿਆ, ਜਾਣ ਲਓ ਕਿ ਧੁਰ ਦਰਗਾਹ ਤੋਂ ਉਹਦੇ ਮੱਥੇ ਤੇ ਲੇਖ ਲਿਖੇ ਹੋਏ ਸੀ ਤਾਂ ਮਿਲਿਆ। ਕਰਮ ਹੋਆ ਧੁਰ ਕਦੇ, ਧੁਰ ਤੋਂ ਉਹਦੇ ਤੇ ਕਰਮ ਹੋਇਆ, ਬਖਸ਼ਿਸ਼ ਹੋਈ ਹੈ, ਪਰਮੇਸ਼ਰ ਦੀ ਨਦਰ ਹੋਈ ਹੈ, ਉਹਨੇ ਲੇਖ ਪਾਏ ਨੇ, ਤਾਂ ਜਾ ਕੇ ਸਮਰਤ ਨਾਮ ਦੀ ਦਾਤ ਗੁਰਮੁਖਾਂ ਨੂੰ, ਗੁਰਸਿੱਖਾਂ ਨੂੰ ਪ੍ਰਾਪਤ ਹੋਈ ਹੈ। ਏਦਾਂ ਨਹੀਂ ਨਾਮ ਮਿਲ ਜਾਂਦਾ। ਨਾਮ ਨੂੰ ਤਾਂ ਸਾਰੀ ਦੁਨੀਆ ਲੋਚਦੀ ਹੈ, ਪਰ ਇਹ ਮਿਲਦਾ ਉਸ ਨੂੰ ਹੈ ਜਿਸ ਦੇ ਮੱਥੇ ਤੇ ਪਰਮੇਸ਼ਰ ਨੇ ਧੁਰ ਦਰਗਾਹ ਤੋਂ ਲੇਖ ਪਾਏ ਹਨ। ਸਭ ਉਪਾਇਨ ਆਪ ਆਪੇ ਨਦਰ ਕਰੇ। ਸਾਰੀ ਸ੍ਰਿਸ਼ਟੀ, ਸਾਰਾ ਸੰਸਾਰ, ਸਾਰਾ ਬ੍ਰਹਮੰਡ ਪਰਮਾਤਮਾ ਨੇ ਆਪ ਹੀ ਪੈਦਾ ਕੀਤਾ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਇਹ ਸਾਰਾ ਪਸਾਰਾ ਵਾਹਿਗੁਰੂ ਨੇ, ਪਰਮੇਸ਼ਰ ਨੇ ਆਪ ਪੈਦਾ ਕੀਤਾ ਔਰ ਆਪ ਪੈਦਾ ਕਰਕੇ ਆਪ ਹੀ ਸਾਰਿਆਂ ਤੇ ਆਪਣੀ ਨਜ਼ਰ ਕਰਕੇ ਸਭ ਨੂੰ ਪਾਲ ਰਿਹਾ ਹੈ। ਪੈਦਾ ਵੀ ਕਰਦਾ ਤੇ ਫਿਰ ਪਾਲਦਾ ਵੀ ਹੈ। ਪੈਦਾ ਕਰਨਾ, ਪਾਲਣਾ ਤੇ ਸੰਘਾਰਨਾ, ਇਹ ਤਿੰਨੇ ਸ਼ਕਤੀਆਂ ਉਸ ਇੱਕ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਿੱਚ ਹਨ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਅਗਾਧ ਬੋਧ ਹੈ। ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅੱਗੇ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।